ਇਹਦੀ ਆਪਾਂ ਵਿਚਾਰ ਸ਼ੁਰੂ ਕਰਨੀ ਹੈ। ਜ਼ਰੂਰ ਨਿਰੰਤਰ ਤੁਸੀਂ ਹਾਜ਼ਰੀਆਂ ਭਰਿਓ। ਮੇਰੇ ਸਾਹਿਬ ਧੰਨ ਗੁਰੂ ਕਲਗੀਧਰ ਪਿਤਾ ਦੀ ਬਾਣੀ ਸ੍ਰੀ ਜਾਪ ਸਾਹਿਬ, ਅਤੇ ਗੁਰੂ ਕਿਰਪਾ ਨਾਲ ਆਪਾਂ ਇਹਦੀ ਵਿਚਾਰ ਅੱਜ ਤੋਂ ਆਰੰਭ ਕਰੀਏ। ਇੱਕ ਵਾਰ ਸਾਰੇ ਫਤਿਹ ਦੀ ਸਾਂਝ ਪਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਚਾਰ ਬੇਨਤੀਆਂ ਦਾਸ ਪਹਿਲਾਂ ਕਰੇਗਾ। ਇਹਦੀ ਵਿਆਖਿਆ ਥੋੜ੍ਹੀ ਜਿਹੀ ਸਾਨੂੰ ਸੰਖੇਪ ਤੋਂ ਬਜਾਏ ਥੋੜ੍ਹਾ ਜਿਹਾ ਖੁੱਲ੍ਹੇ ਰੂਪ ਅੰਦਰ ਕਰਨੀ ਪੈਣੀ ਹੈ, ਕਿਉਂਕਿ ਬਾਣੀ ਬੜੀ ਮਹਿੰਗੀ ਹੈ। ਜਾਪ ਸਾਹਿਬ ਜੀ ਦੀ ਬਾਣੀ ਪਹਿਲੀ ਗੱਲ ਵੇਖੀਏ ਸਤਿਗੁਰ ਨੇ ਉਚਾਰੀ ਕਿੱਥੇ ਹੈ। ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਗੁਰੂ ਦਾ ਸ਼ਰਧਾਲੂ ਬਣਿਆ। ਬਾਕੀ ਜਿਹੜੇ ਪਹਾੜੀਏ ਸਨ, ਈਰਖਾ ਕਰਦੇ ਸਨ, ਗੁਰੂ ਦਾ ਆਸਰਾ ਵੀ ਲਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਚੱਲੇ ਨੇ। ਲਗਭਗ ਜੇ ਆਪਾਂ ਵੇਖੀਏ ਤਵਾਰੀਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ 1685 ਕੁ ਦਾ ਸਮਾਂ ਬਣਦਾ ਹੈ, ਜਦੋਂ ਰਣਜੀਤ ਨਗਾਰਾ ਵਜਾਉਂਦੇ ਹੋਏ 1682 ਨੂੰ ਮੇਰੇ ਸਾਹਿਬ ਨੇ ਰਣਜੀਤ ਨਗਾਰਾ ਤਿਆਰ ਕੀਤਾ। ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਇਸ ਰਿਆਸਤ ਵਿੱਚ ਗਏ ਨੇ ਤੇ ਰਾਜੇ ਨੇ ਕਿਹਾ ਸੀ ਸਤਿਗੁਰ ਮਹਿਲ ਖਾਲੀ ਨੇ ਤੁਹਾਡੇ ਵਾਸਤੇ। ਤੇ ਸੱਚ ਜਾਣਿਓ ਗੁਰੂ ਤੇ ਦੁੱਖਾਂ 'ਚ ਸਹਾਰਾ ਬਣਦਾ ਹੈ। ਸਤਿਗੁਰ ਕਹਿੰਦੇ ਨਹੀਂ, ਮੇਰੇ ਸਾਹਿਬ ਨੇ ਉਹ ਰਮਣੀਕ ਯਮਨਾ ਦਾ ਕੰਢਾ। ਤੇ ਤੁਸੀਂ ਵੇਖੋ ਗੁਰੂ ਸਤਿਗੁਰ, ਜੇ ਆਪਾਂ ਗੁਰੂ ਕਲਗੀਧਰ ਦਾ ਜੀਵਨ ਵੇਖੀਏ, ਨਦੀਆਂ ਦਾ ਜ਼ਿਕਰ ਬੜਾ ਹੁੰਦਾ। ਜੇ ਪਟਨਾ ਸਾਹਿਬ ਵੇਖਦੇ ਹਾਂ ਉੱਥੇ ਗੰਗਾ ਨਦੀ ਦਾ ਜ਼ਿਕਰ ਆਉਂਦਾ। ਪੌਂਟਾ ਸਾਹਿਬ ਵੇਖਦੇ ਹਾਂ ਯਮਨਾ ਦਾ ਜ਼ਿਕਰ ਆਉਂਦਾ। ਜੇ ਆਪਾਂ ਸਤਿਗੁਰ ਨਦੇੜ ਗਏ ਗੋਦਾਵਰੀ ਦਾ ਜ਼ਿਕਰ ਆਉਂਦਾ ਹੈ। ਤੇ ਪ੍ਰਤੀਤ ਹੁੰਦਾ ਸੱਚ ਜਾਣਿਓ ਗੁਰੂ ਵੀ ਨਦੀ ਵਰਗਾ ਹੈ। ਆ ਗੁਰੂ ਵੀ ਸਾਨੂੰ ਮਿਲਾ। ਜਿਵੇਂ ਨਦੀ 'ਚ ਕਿੰਨੇ ਨਾਲੇ ਰਲ ਗਏ, ਉਹ ਨਦੀ ਦਾ ਹੀ ਰੂਪ ਹੋ ਜਾਂਦੇ ਨੇ। ਗੁਰੂ ਦਾ ਵੀ ਵਹਿਣ ਇਸੇ ਤਰ੍ਹਾਂ ਦਾ ਸਾਨੂੰ ਵਾਹੁੰਦਿਆਂ ਵਾਹੁੰਦਿਆਂ ਗੁਰੂ ਰੱਬ ਸਮੁੰਦਰ 'ਚ ਸਾਨੂੰ ਜੋੜ ਦਿੰਦਾ। ਤੇ ਜਦੋਂ ਸਤਿਗੁਰ ਨੇ ਯਮਨਾ ਦਾ ਕੰਢਾ ਹੈ, ਜਿੱਥੇ ਗੁਰਦੁਆਰਾ ਪੌਂਟਾ ਸਾਹਿਬ, ਪੌਂਟਾ ਦਾ ਅਰਥ ਹੈ ਪਾਮ ਟਿਕਾਇਆ, ਜਿੱਥੇ ਸਤਿਗੁਰ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਰਾਜਨ ਅਸੀਂ ਮਹਿਲਾਂ ਦਾ ਸੁੱਖ ਮਾਣਨ ਨਹੀਂ ਆਏ। ਇਹ ਉਹ ਟਿਕਾਣਾ ਸੀ ਜਿੱਥੋਂ ਬਾਕੀ ਪਹਾੜੀਏ ਅਜਮੇਰ ਚੰਦ, ਭੀਮ ਚੰਦ ਹੋਰ ਸਨ, ਜਾਂ ਗੜਵਾਲ ਦਾ ਰਾਜਾ ਸੀ ਫਤਿਹ ਚੰਦ, ਇਕੱਠੇ ਹੋ ਕੇ ਜਿੱਥੋਂ ਹਮਲਾ ਕਰਿਆ ਕਰਦੇ ਸਨ ਇਸ ਰਾਜੇ 'ਤੇ। ਸਤਿਗੁਰ ਕਹਿੰਦੇ ਅਸੀਂ ਇੱਥੇ ਟਿਕਾਣਾ ਕਰਨਾ। ਕਿਸੇ ਸੱਜਣ ਨੇ ਕਿਹਾ ਗੁਰੂ ਢਾਲ ਵਰਗਾ ਹੁੰਦਾ। ਸੱਜਣ ਵੀ ਢਾਲ ਵਰਗਾ ਚਾਹੀਦਾ। ਸੱਜਣ ਐਸਾ ਚਾਹੀਏ ਢਾਲ ਸਰੀਖਾ ਹੋਏ, ਦੁੱਖ ਮੈਂ ਆਗਲ ਹੋਤ ਹੈ ਸੁਖ ਮੈਂ ਪਾਛੇ ਹੋਏ। ਵਾਰ ਆਇਆ ਤੇ ਢਾਲ ਅੱਗੇ ਚਲੀ ਗਈ, ਜਦੋਂ ਵਾਰ ਨਹੀਂ ਹੈ ਸੁਖ ਸ਼ਾਂਤੀ ਹੈ, ਢਾਲ ਫਿਰ ਯੋਧੇ ਪਿੱਛੇ ਲਟਕਾ ਲੈਂਦੇ ਨੇ। ਸੱਜਣ ਵੀ ਇਸੇ ਤਰ੍ਹਾਂ ਦਾ ਚਾਹੀਦਾ, ਦੁੱਖ ਵੇਲੇ ਅੱਗੇ ਹੋ ਜਾਏ। ਧੰਨ ਗੁਰੂ ਗੋਬਿੰਦ ਸਿੰਘ ਸੱਜਣ ਸਤਿਗੁਰ ਐਸਾ। ਮੇਰੇ ਸਾਹਿਬ ਕਹਿੰਦੇ ਰਾਜਨ ਅਸੀਂ ਇੱਥੇ ਜਿੱਥੋਂ ਤੇਰੇ ਵੱਲ ਹਮਲਾ ਕਰਨ ਆਉਂਦੇ ਨੇ ਨਾ, ਅਸੀਂ ਇੱਥੇ ਟਿਕਾਣਾ ਕਰਨਾ। ਤੇ ਇਹ ਜਿਹੜੀ ਪਾਵਨ ਬਾਣੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਇਹ ਸਤਿਗੁਰ ਨੇ ਯਮਨਾ ਦੇ ਉਸ ਰਮਣੀਕ ਕੰਢੇ ਪੌਂਟਾ ਸਾਹਿਬ ਦੀ ਧਰਤੀ 'ਤੇ ਟਿਕਾਣਾ ਕੀਤਾ। ਬੜਾ ਰਮਣੀਕ ਇਲਾਕਾ। ਤੇ ਸਤਿਗੁਰੂ ਯਮਨਾ ਦੇ ਕੰਢੇ ਗੁਰੂ ਸਤਿਗੁਰ ਕੋਲ 52 ਕਵੀ ਬੜੇ ਸਿਆਣੇ ਦਾਨਸਵੰਦ ਗੁਰੂ ਦਾ ਸੰਗ ਕਰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਸਥਾਨ 'ਤੇ ਬੈਠ ਕੇ, ਇਹ ਮੰਨਿਆ ਜਾਂਦਾ ਬਹੁਤੇ ਵਿਦਵਾਨਾਂ ਦੀ ਰਾਏ ਹੈ, ਮੇਰੇ ਸਾਹਿਬ ਨੇ ਆਪਣੀ ਬਹੁਤੀ ਬਾਣੀ ਉੱਥੇ ਰਚੀ ਹੈ। ਤੇ ਜਾਪ ਸਾਹਿਬ ਸਤਿਗੁਰ ਨੇ ਉੱਥੇ ਰਚੇ ਹੈ। ਤੇ ਉਹ ਬੜਾ ਪਿਆਰਾ ਇਤਿਹਾਸ ਦਾ ਬਿਰਤਾਂਤ ਹੈ। ਸਿੱਖਿਆ ਲਿਆ ਕਰੀਏ ਆਪਾਂ। ਬਾਹਰੀ ਸ਼ਬਦਾਂ ਦੀ ਗੱਲ ਨਹੀਂ ਹੁੰਦੀ। ਮੇਰੇ ਸਤਿਗੁਰੂ ਬੈਠੇ, ਆਵਾਜ਼ ਆ ਰਹੀ ਹੈ ਕੱਲ ਕੱਲ ਖੜ ਖੜ ਦੀ। ਕਾਹਦੀ? ਯਮਨਾ ਦੀ। ਉਹ ਨਦੀ ਲੰਘਦੀ ਹੈ, ਪੱਥਰਾਂ ਨਾਲ ਟਕਰਾਉਂਦੀ ਹੈ, ਆਵਾਜ਼ ਬਹੁਤ ਕਰਦੀ। ਤੇ ਸਾਹਿਬ ਨੇ ਕਿਹਾ ਸੀ ਦੋ ਗੱਲਾਂ ਨਹੀਂ ਚੱਲਣਗੀਆਂ। ਤੇ ਸੱਚ ਜਾਣਿਓ ਗੁਰੂ ਕੋਲ ਬੈਠਦੇ ਹਨ ਆਪਾਂ, ਦੋ ਗੱਲਾਂ ਨਹੀਂ ਚੱਲਣਗੀਆਂ। ਸਾਹਿਬ ਨੇ ਕਿਹਾ ਸੀ ਯਮਨਾ ਇੱਕ ਕੰਮ ਕਰ, ਦੋ ਨਾ ਕਰ। ਜੇ ਲਾਗੋਂ ਦੀ ਵਹਿਣਾ ਚੁੱਪ ਕਰਕੇ ਵਹਿ, ਨਹੀਂ ਤੇ ਰਸਤਾ ਬਦਲ ਜਾ। ਤੇ ਸੱਚ ਜਾਣਿਓ ਗੁਰੂ ਦਾ ਸਾਥ ਹੋਏ ਬੈਠੇ ਹੋ ਤੇ ਸਾਵਧਾਨ ਬਣ ਕੇ ਬੈਠਿਆ ਕਰੋ, ਨਹੀਂ ਤੇ ਫਿਰ ਕਾਹਤੋਂ ਸਮਾਂ ਖਰਾਬ ਕਰਨਾ। ਮਾਫ ਕਰ, ਉਹ ਰਾਹ ਬਦਲ ਲਿਆ ਕਰੀਏ, ਹੋਰ ਕੰਮ ਕਰ ਲਿਆ ਕਰੀਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ,
ਇਕਾਗਰ ਚੀਤ ਸਾਵਧਾਨਤਾ ਚਾਹੀਦੀ ਹੈ। ਸ਼ਬਦ ਵਾਸਤੇ ਤੇ ਹੋਰ ਬਹੁਤ ਜ਼ਿਆਦਾ ਸਾਵਧਾਨਤਾ ਚਾਹੀਦੀ ਹੈ। ਤੇ ਅੱਜ ਤੱਕ ਸੱਚ ਜਾਣਿਓ, ਉਹ ਦੱਸਦੀ ਹੈ ਸਾਖੀ ਸੱਚ ਜਾਣਿਓ। ਯਮਨਾ ਉੱਥੋਂ ਚੁੱਪ ਕਰਕੇ ਲੰਘਦੀ ਹੈ, ਸੱਚ ਜਾਣਿਓ। ਯਮਨਾ ਤੇ ਚੁੱਪ ਕਰ ਗਈ, ਕਦੇ ਸਾਡੇ ਮਨ ਵੀ ਕਰ ਜਾਣ, ਕਦੇ ਸਾਡੇ 'ਚ ਵੀ ਉਹ ਧਿਆਨ ਬਣ ਜਾਏ, ਸਾਡੇ 'ਚ ਵੀ ਇਕਾਗਰਤਾ ਬਣ ਜਾਏ ਗੁਰੂ ਚਰਨਾਂ ਨਾਲ। ਤੇ ਮੇਰੇ ਸਤਿਗੁਰ ਨੇ ਉੱਥੇ ਫਿਰ ਸ੍ਰੀ ਜਾਪ ਸਾਹਿਬ ਦੀ ਪਾਵਨ ਬਾਣੀ ਇਹ ਉਚਾਰਨ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ। ਤੇ ਮੈਂ ਤੇ ਕਹਿਣਾ ਇਹ ਜਾਪ ਸਾਹਿਬ ਦੀ ਬਾਣੀ ਵੇਖੋ, ਭਗਤ ਕਬੀਰ ਜੀ ਦਾ ਇੱਕ ਸ਼ਬਦ ਆਉਂਦਾ ਹੈ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੈ ਸੋ ਕੰਤ ਨਾਰ ਹਮ ਸੋਈ। ਭਗਤ ਜੀ ਕਹਿੰਦੇ ਪਤੀ ਪਤਨੀ ਦਾ ਨਿੱਜੀ ਰਿਸ਼ਤਾ ਹੈ ਉਹ। ਇਸੇ ਤਰ੍ਹਾਂ ਸੱਚ ਜਾਣਿਓ ਸਿੱਧਾ ਮਾਲਕ ਨਾਲ ਰਿਸ਼ਤਾ, ਵਿੱਚ ਹੋਰ ਕੋਈ ਹੈ ਹੀ ਨਹੀਂ। ਇਹ ਪਾਵਨ ਬਾਣੀ ਸਤਿਗੁਰ ਨੇ ਕੋਈ ਸਿਧਾਂਤ ਨਹੀਂ ਦੱਸਿਆ, ਕੋਈ ਹੁਕਮ ਨਹੀਂ ਕੀਤਾ। ਇਸ ਬਾਣੀ 'ਚ ਕੋਈ ਬੇਨਤੀ ਰੂਪ ਦਾ ਵੀ ਨਹੀਂ, ਕਿਉਂਕਿ ਬਾਣੀ ਬੇਨਤੀ ਰੂਪ ਵਿੱਚ ਵੀ ਹੈ, ਸਿੱਖਿਆ ਰੂਪ ਵਿੱਚ ਵੀ ਹੈ, ਹੁਕਮ ਰੂਪ, ਕਈ ਰੂਪ ਨੇ ਬਾਣੀ ਦੇ। ਪਰ ਜਾਪ ਸਾਹਿਬ ਜੀ ਦੀ ਜੋ ਪਾਵਨ ਬਾਣੀ ਹੈ ਉਹ ਨਿਰੋਲ ਵਾਹਿਗੁਰੂ ਦੇ ਨਾਮ ਨੇ, ਸਰਗੁਣ ਤੇ ਨਿਰਗੁਣ ਦੋਨਾਂ ਦਾ। ਅੱਜ ਜਾਪ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਨ, ਦੋਨੋਂ ਨਾਮ ਆਏ ਨੇ, ਸਰਗੁਣ ਤੇ ਨਿਰਗੁਣ। ਆ ਦਿਸਦੇ ਦਾ ਵੀ ਜ਼ਿਕਰ ਕੀਤਾ ਸਾਹਿਬ ਨੇ, ਤੇ ਜਿਹੜਾ ਅਣਦਿਸਦਾ ਹੈ, ਦਿਸਦੇ ਦੇ ਵਿੱਚ ਬੈਠਾ ਹੋਇਆ, ਉਹਦਾ ਵੀ ਜ਼ਿਕਰ ਕੀਤਾ। ਤੇ ਜਾਪ ਸਾਹਿਬ ਵਾਹਿਗੁਰੂ ਦੇ ਨਾਮ ਦਾ ਜਾਪ ਹੈ। ਤੇ ਨਿਰੰਤਰ ਸਾਹਿਬ ਨੇ ਕਿਹਾ ਜਾਂਦਾ ਸੀ, ਕਹਿ ਦਿੱਤਾ ਸੀ ਉਹਨਾਂ ਪੈਗੰਬਰਾਂ ਨੇ ਵੀ ਖੁਦਾ ਦੇ ਨਾਮ 100 ਤੋਂ ਵੱਧ ਨਹੀਂ ਹੋ ਸਕਦੇ। ਆ 700 ਤੋਂ ਵੀ ਵੱਧ ਗਿਣਤੀ ਟੱਪ ਜਾਂਦੀ ਹੈ ਜਾਪ ਸਾਹਿਬ ਅੰਦਰ। ਤੇ ਤਾਂ ਵੀ ਸਤਿਗੁਰ ਕਹਿੰਦੇ ਨੇ ਮੈਂ ਕਹਿ ਨਹੀਂ ਸਕਿਆ ਸਾਰੇ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ, ਵਰਨਤ ਸੁਮਤ, ਕੋਈ ਅੰਤ ਥੋੜਾ ਪਾ ਸਕਦਾ ਹੈ। ਤੇ ਜਾਪ ਸਾਹਿਬ ਜੀ ਦੀ ਇਹ ਪਾਵਨ ਬਾਣੀ ਗੁਰਮੁਖ ਪਿਆਰਿਓ, ਇਹਦੀ ਖਾਸੀਅਤ ਇਹ ਹੈ, ਇਹਦੀ ਭਾਸ਼ਾ ਇੱਕ ਨਹੀਂ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਦੀ ਵੀ ਭਾਸ਼ਾ ਇੱਕ ਨਹੀਂ, ਲਿਪੀ ਇੱਕ ਹੈ ਗੁਰਮੁਖੀ। ਤੋ ਜਾਪ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਸਾਨੂੰ ਪੜ੍ਹਨੀ ਜਾਂ ਸਮਝਣੀ ਔਖੀ ਕਿਉਂ ਹੁੰਦੀ ਹੈ? ਕਿਉਂਕਿ ਇਹਦੇ 'ਚ ਬਿਰਜ ਭਾਸ਼ਾ ਵੀ ਹੈ, ਅਰਬੀ ਫਾਰਸੀ ਦੇ ਬੋਲ ਨੇ, ਸੰਸਕ੍ਰਿਤ ਵੀ ਹੈ। ਤੋ ਇਹ ਮਿਸ਼ਰਤ ਭਾਸ਼ਾਵਾਂ ਨੂੰ ਸਤਿਗੁਰ ਨੇ ਇੱਕ ਲਿਪੀ ਅੰਦਰ ਕਲਮਬਿਦ ਕੀਤਾ ਹੈ, ਲਿਪੀ ਹੈ ਗੁਰਮੁਖੀ ਦੀ। ਜਾਪ ਸਾਹਿਬ ਜੀ ਦੀ ਪਾਵਨ ਬਾਣੀ ਦੇ 199 ਬੰਦ ਨੇ, ਸਾਰੀ ਬਾਣੀ ਛੰਦਾਂ ਦੇ ਅੰਦਰ। ਤੇ ਜੇ ਆਪਾਂ ਵੇਖੀਏ ਛੰਦਾਂ ਦੀ ਗਿਣਤੀ ਕਰੀਏ ਤੇ 22 ਬਣਦੀ ਹੈ, ਕਿਉਂਕਿ ਕੁਝ ਛੰਦ ਮੁੜ ਮੁੜ ਕੇ ਵੀ ਖੈਰ ਆਏ ਨੇ। 22 ਛੰਦ ਨੇ, 199 ਬੰਦ ਨੇ ਇਸ ਪਾਵਨ ਬਾਣੀ ਦੇ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਪ ਜੀ ਨੂੰ ਅਰਥ ਪਤਾ ਹੈ, 33 ਵਾਰ ਵੈਸੇ ਮੰਗਲ ਗੁਰੂ ਗ੍ਰੰਥ ਸਾਹਿਬ 'ਚ ਆਇਆ ਹੈ। ਇੱਕ ਹੈ ਵਾਹਿਗੁਰੂ ਓੰਕਾਰ, ਸਰਬ ਵਿਆਪਕ ਹੈ, ਸਤ ਸਰੂਪ ਹੈ, ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ। ਐਸੇ ਸਤ ਸਰੂਪ ਇੱਕ ਓੰਕਾਰ ਮਾਲਕ ਨਾਲ ਸਾਂਝ ਬਣਦੀ ਹੈ। ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜਦੋਂ ਵੀ ਕੋਈ ਪ੍ਰਾਪਤੀ ਹੈ, ਵਾਹਿਗੁਰੂ ਤੇਰੀ ਹੈ, ਫਤਿਹ ਹੈ ਵਾਹਿਗੁਰੂ ਤੇਰੀ ਹੈ, ਚੜ੍ਹਦੀ ਕਲਾ ਮਿਲੀ ਹੈ ਵਾਹਿਗੁਰੂ ਤੇਰੇ ਕਰਕੇ ਮਿਲੀ ਹੈ। ਅੱਗੇ ਹੈ ਜਾਪ, ਇਹ ਪਾਵਨ ਬਾਣੀ ਦਾ ਨਾਮ ਹੈ। ਗੁਰੂ ਨਾਨਕ ਸਾਹਿਬ ਨੇ ਜਪ ਉਚਾਰਨ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਾਪ। ਤੇ ਸਿੱਖ ਦੇ ਨਿਤਨੇਮ ਵਿੱਚ ਪਹਿਲੋਂ ਜਪ ਆਉਂਦੀ ਹੈ, ਫਿਰ ਜਾਪ ਆਉਂਦਾ। ਖੰਡੇ ਦੀ ਪੌਲ ਛਕਾਈ ਗਈ, ਪਹਿਲੋਂ ਜਪ ਪੜਿਆ ਫਿਰ ਜਾਪ ਪੜਿਆ, ਇਹ ਦੂਸਰੇ ਨੰਬਰ ਦੀ ਬਾਣੀ ਹੈ। ਤੇ ਇਹਦੇ 'ਚ ਰਸ ਬੜਾ, ਦੋ ਚੀਜ਼ਾਂ ਮਿਲਦੀਆਂ ਨੇ। ਦਾਸ ਵੇਖ ਰਿਹਾ ਸੀ, ਜਲਾਲ ਤੇ ਜਮਾਲ। ਜਲਾਲ ਬੜਾ ਪ੍ਰਚੰਡ ਜਲਾਲ ਹੈ ਇਸ ਪਾਵਨ ਬਾਣੀ, ਬੜਾ ਪ੍ਰਚੰਡ ਰੂਪ ਜ਼ਿਕਰ ਕੀਤਾ ਹੈ। ਜਮਾਲ ਸੁੰਦਰਤਾ ਦਾ ਵੀ ਬੜਾ ਸੋਹਣਾ ਜ਼ਿਕਰ ਕੀਤਾ ਹੈ। ਇਹ ਦੋਨਾਂ ਦਾ ਸੁਮੇਲ ਹੈ ਸਤਿਗੁਰ ਦੇ ਇਹ ਪਾਵਨ ਬੋਲ। ਤੇ ਮੇਰੇ ਸਾਹਿਬ ਦੀ ਅਵਸਥਾ, ਉਹ ਪਤਾ ਨਹੀਂ ਉਸ ਥਾਂ ਤੇ ਬਹਿ ਕੇ ਕਿੰਨੇ, ਕਿਉਂਕਿ ਉਹ ਤੇ ਆਪਾਂ ਜਾਣਦੇ ਨਹੀਂ, ਗੁਰੂ ਆਪ ਹੀ ਜਾਣਦਾ। ਮੇਰੇ ਸਤਿਗੁਰੂ ਸਾਹਿਬ ਕਹਿੰਦੇ ਸੁਰਤ ਜਿਹੜੀ ਚੁੱਭ ਗਈ ਨਾ ਮਾਲਕ ਚੋਂ, ਉਖੜਦੀ ਨਹੀਂ ਫਿਰ। ਉਹ ਲਾਗਲਿਆਂ ਨੇ ਕਹਿਤਾ ਸੀ ਸਤਿਗੁਰੂ ਗਿਣਤੀ ਵੱਧਦੀ ਪਈ ਹੈ, ਪਰ ਮੁਸ਼ਕਲ ਇਹ ਹੈ ਵੱਧਦੀ ਇੱਕੋ ਜਿਹੇ ਅੱਖਰਾਂ ਦੀ ਰੈਪੀਟੀਸ਼ਨ ਦਾ ਆਪਾਂ ਗੱਲ ਕਰਦੇ ਹਾਂ। ਇੱਕ ਕਵੀ ਲਿਖਦਾ ਹੈ, ਪੂੰਝਦਾ ਹੈ, ਮਿਟਾਉਂਦਾ ਹੈ, ਫਿਰ ਗੁਰੂ ਨੂੰ ਲੋੜ ਨਹੀਂ ਹੈ।
ਇਹ ਬੋਲ ਨੇ ਨਾ ਜਿਹੜੇ ਬਾਣੀ ਦੇ ਬੁੱਧੀ ਚੋਂ ਨਹੀਂ ਪ੍ਰਗਟ ਹੋਏ, ਅਨੁਭਵ ਚੋਂ ਪ੍ਰਗਟ ਹੋਏ ਨੇ। ਉਹਨੂੰ ਮਾਣ ਰਹੇ ਨੇ ਸਤਿਗੁਰ, ਪਰਵਾਹ ਨਹੀਂ ਕੀਤੀ ਸਤਿਗੁਰ ਨੇ ਫਿਰ ਉੱਥੇ ਕਿਹੜੀ ਭਾਸ਼ਾ ਹੈ। ਜਲਸ ਤੂੰ ਹੀ, ਥਲਸ ਤੂੰ ਹੀ, ਨਿਦਸ ਤੂੰ ਹੀ, ਪਤਸ ਤੂੰ ਹੀ, ਗਤਸ ਤੂੰ ਹੀ, ਮਤਸ ਤੂੰ ਹੀ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਪਤਾ ਨਹੀਂ ਕਿੰਨੀ ਕੁ ਵਾਰ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਚਾਰਦੇ ਨੇ। ਕਿੰਨਾ ਰਸ ਹੈ। ਗੱਲ ਅੱਖਰਾਂ ਦੀ ਨਹੀਂ ਹੁੰਦੀ, ਦੁਹਰਾ ਦੀ ਨਹੀਂ ਹੁੰਦੀ। ਆ ਜਾਪ ਸਾਹਿਬ ਦੀ ਪਾਵਨ ਬਾਣੀ 'ਚ ਵੀ ਕੁਝ ਅੱਖਰ ਦੁਬਾਰਾ ਸਾਹਿਬ ਨੇ ਵਰਤੇ ਨੇ। ਗੱਲ ਤੇ ਉਸ ਰਸ ਦੀ ਹੈ, ਗੱਲ ਤੇ ਉਸ ਨੂੰ ਮਾਣਨ ਦੀ ਹੈ। ਤੇ ਗੁਰੂ ਨੇ ਕਿੰਨਾ ਕੁ ਮਾਣਿਆ ਹੋਵੇਗਾ ਆਪਾਂ ਤੇ ਅੰਦਾਜ਼ਾ ਵੀ ਨਹੀਂ ਲਾ ਸਕਦੇ ਜਾਪ ਸਾਹਿਬ ਦੀ ਪਾਵਨ ਬਾਣੀ ਅੰਦਰ। ਸੋ ਜਾਪ ਬਾਣੀ ਦਾ ਨਾਮ ਹੈ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ। ਇਹਨੂੰ 10 ਨਹੀਂ ਪੜ੍ਹਨਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਦਰਸ਼ਨ ਕਰਦੇ ਹਾਂ, ਉੱਥੇ ਆਉਂਦਾ ਮਹਿਲਾ ਪਹਿਲਾ, ਮਹਿਲਾ ਦੂਜਾ, ਉੱਥੇ ਇੱਦਾਂ ਆਉਂਦਾ ਹੈ। ਪਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਪਾਂ ਰਚਨਾ ਦੇ ਦਰਸ਼ਨ ਕਰਦੇ ਹਾਂ, ਉੱਥੇ ਪਾਤਸ਼ਾਹੀ ਰੂਪ ਅੰਦਰ ਆਉਂਦਾ ਹੈ। ਤੇ ਗੁਰੂ ਬਾਦਸ਼ਾਹ ਵੀ ਹੈ ਤੇ ਗੁਰੂ ਪਾਤਸ਼ਾਹ ਵੀ ਹੈ। ਦੋਨੋਂ ਸ਼ਕਤੀਆਂ ਗੁਰੂ ਕੋਲ ਵਰਦੀਆਂ ਨੇ। ਤੇ ਮੇਰੇ ਸਾਹਿਬ ਪਾਤਸ਼ਾਹੀ ਦਸਵੀਂ ਗੁਰੂ ਕਲਗੀਧਰ ਪਿਤਾ ਆਪਣੇ ਸ਼੍ਰੀ ਮੁਖਵਾਕ ਤੋਂ ਇਹ ਪਾਵਨ ਅੰਮ੍ਰਿਤ ਬੋਲ ਉਚਾਰਨ ਕਰਦੇ ਨੇ। ਤੇ ਸਾਹਿਬ ਨੇ ਪਹਿਲਾ ਛੰਦ ਵਰਤਿਆ ਛਪੈ ਛੰਦ ਤਵ ਪ੍ਰਸਾਦ। ਛੰਦ ਹੁੰਦਾ ਹੈ ਕਿਉਂਕਿ ਸਾਰੀ ਬਾਣੀ ਕਾਵ ਰੂਪ ਹੈ ਨਾ ਜਿਹੜਾ, ਉਹ ਅਲੰਕਾਰਾਂ 'ਚ ਬੱਝਾ ਹੁੰਦਾ ਹਮੇਸ਼ਾ। ਤੇ ਗੁਰਦੇਵ ਨੇ ਉਹ ਵਰਤੇ ਨੇ ਛੰਦ। ਤੁਹਾਨੂੰ ਪਤਾ ਹੈ ਵੈਸੇ ਛੰਦ ਵਿਆਹਾਂ ਵਿੱਚ ਵੀ ਛੰਦ ਪੜ੍ਹੇ ਜਾਂਦੇ ਸਨ। ਛੰਦ ਇੱਕ ਉਮਾਹੇ, ਇੱਕ ਖੁਸ਼ੀ ਦੇ ਬੋਲ ਗੀਤ ਜਿਹੜੇ ਨੇ। ਛੰਦ ਹੈ ਜਿਹੜਾ ਉਹ ਖੁਸ਼ੀ ਕਿਸੇ ਉਮਾਹੇ 'ਚੋਂ ਪ੍ਰਗਟ ਹੁੰਦਾ ਹੈ। ਤੇ ਛੰਦ ਵਿੱਚ ਜਿਹੜਾ ਹੁੰਦਾ ਸੀ ਨਾ, ਪੜ੍ਹੇ ਜਾਂਦੇ ਸੀ, ਉੱਥੇ ਵੈਰਾਗ ਵੀ ਹੁੰਦਾ ਹੈ, ਉੱਥੇ ਚਾਅ ਵੀ ਹੁੰਦਾ ਹੈ। ਧੀ ਹੈ, ਵਿਆਹ ਹੈ, ਉਹ ਪੇਕੇ ਘਰੋਂ ਜਾਣ ਦਾ ਵੈਰਾਗ ਵੀ ਹੈ, ਸਹੁਰੇ ਘਰ ਰਹਿਣ ਦਾ ਚਾਅ ਵੀ ਹੈ। ਦੋਨੋਂ ਚੀਜ਼ਾਂ ਦਾ ਮਿਸ਼ਰਤ। ਸੋ ਛੰਦ ਵਿੱਚ ਵੀ ਇਸੇ ਰੂਪ ਅੰਦਰ ਸਤਿਗੁਰਾਂ ਨੇ ਭਾਵ ਪ੍ਰਗਟ ਕੀਤੇ ਨੇ। ਛਪੈ ਛੰਦ ਤਵ ਪ੍ਰਸਾਦ। ਪੈਰ 'ਚ ਵਾਵਾ ਲੱਗਾ, ਪੂਰਾ ਨਹੀਂ ਲੱਗਾ, ਕਿਉਂਕਿ ਖੈਰੇ ਵਿਦਵਾਨ ਪੁਰਸ਼ਾਂ ਦੇ ਉਚਾਰਨ ਨੇ। ਇਹਦਾ ਉਚਾਰਨ ਤੋਂ ਪ੍ਰਸਾਦ ਵੀ ਆਉਂਦਾ ਹੈ। ਜੇ ਆਪਾਂ ਜਿਹੜੇ ਵਿਆਕਰਨ ਦੇ ਮਾਹਰ ਵਿਦਵਾਨ ਨੇ ਉਹਨਾਂ ਦਾ ਜੇ ਆਪਾਂ ਬੋਧ ਪ੍ਰਾਪਤ ਕਰੀਏ। ਚਲੋ ਤੱਤੇ ਦੇ ਪੈਰ 'ਚ ਵਾਵਾ ਹੈ, ਇਹਨੂੰ ਤਾਵ ਪੂਰਾ ਨਹੀਂ ਪੜ੍ਹਨਾ, ਵਾਵਾ ਅੱਧਾ ਹੈ। ਸੋ ਤੋ ਪ੍ਰਸਾਦ, ਤੋ ਤੇਰੀ ਪ੍ਰਸਾਦ ਕਿਰਪਾ ਨਾਲ। ਆ ਗੁਰ ਪ੍ਰਸਾਦ ਤਾਂ ਤੋ ਪ੍ਰਸਾਦ। ਯਾਤਰਾ ਚੱਲਦੀ ਹੈ ਸਿੱਖ ਦੀ। ਮੇਰੇ ਸਾਹਿਬ ਨੇ ਇਹ ਨਦਰ ਬਖਸ਼ਿਸ਼ ਕੀਤੀ ਹੈ ਤੇਰੀ ਕਿਰਪਾ ਨਾਲ। ਗੁਰਦੇਵ ਕਹਿੰਦੇ ਇਹ ਮੈਂ ਬਾਣੀ ਉਚਾਰਦਾ, ਖਿਰ ਸਮਾਂ ਆਪਣਾ ਪੰਧ ਮੁਕਾ ਚੁੱਕਾ ਹੈ। ਸੋ ਸਤਿਗੁਰ ਕਿਰਪਾ ਕਰਨ। ਆਪਾਂ ਇਹਦੀ ਸ਼ੁਰੂਆਤ ਕੱਲ੍ਹ ਤੋਂ ਆਰੰਭ ਕਰਦੇ ਹਾਂ। ਸਭਨਾਂ ਦਾ ਧੰਨਵਾਦ, ਬੜੇ ਪਿਆਰ ਨਾਲ ਜੁੜੇ ਹੋ। ਇਸੇ ਤਰ੍ਹਾਂ ਰੋਜ਼ਾਨਾ ਜੁੜਨਾ ਹੈ ਤੇ ਨਾਲ ਧਿਆਨ ਰੱਖਣਾ ਹੈ ਸਕਰੀਨ 'ਤੇ ਵੀ ਉਚਾਰਨ ਦਾ। ਤੇ ਅਰਥ ਆਪਾਂ ਸਹਿਜ ਸਹਿਜ ਹੀ ਤੁਰਨਾ ਹੈ, ਕਿਉਂਕਿ ਸਮੇਂ ਦੀ ਗੱਲ ਨਹੀਂ ਹੈ। ਕੋਈ ਗੱਲ ਸਮਝ ਆ ਜਾਏ, ਜਿੰਨਾ ਰਸ ਆ ਜਾਏ ਗੁਰੂ ਦੇ ਬੋਲਾਂ 'ਚ ਓਨਾ ਹੀ ਥੋੜ੍ਹਾ ਹੈ। ਸੋ ਸਾਹਿਬ ਸਤਿਗੁਰ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਸਤਿਗੁਰ ਥਾਂਏ ਪਾਉਣ। ਇਸੇ ਤਰ੍ਹਾਂ ਆ ਸੰਗਤ ਦੀ ਦਾਤ ਸਤਿਗੁਰ ਸਾਡੇ ਜੀਵਨ 'ਚ ਬਖਸ਼ਦੇ ਰਹਿਣ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਸਾਨੂੰ ਵੀ ਤਪਸ਼ ਨਾ ਵਿਆਪੇ, ਸਾਡੇ ਵੀ ਮਨ 'ਚ ਆਨੰਦ ਵਿਗਾਸ ਵਰਤ